ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗਰੀਬ ਨਵਾਜ਼ ਗੁਰਬਾਣੀ ਦੇ ਅੰਦਰ ਬਖਸ਼ਿਸ਼ਾਂ ਕੀਤੀਆਂ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿੱਥੇ ਇਸ ਸੰਸਾਰ ਦੇ ਅੰਦਰ ਸਮੇਂ ਸਮੇਂ ਅਨੁਸਾਰ ਵਲੀ ਪੈਗੰਬਰ ਔਲੀਏ ਗੁਰੂ ਪੀਰ ਸੰਸਾਰ ਦੇ ਅੰਦਰ ਆਏ, ਉਹਦੇ ਨਾਲ ਨਾਲ ਐਸੇ ਵੀ ਕੁਝ ਲੋਕ ਦੁਨੀਆ ਦੇ ਅੰਦਰ ਆਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪ੍ਰੇਮ ਪਾ ਕੇ ਔਰ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਏ। ਹੋਏ ਕੌਣ? ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਇਉਂ ਲੀਨ ਹੋ ਗਏ ਉਹ ਮਨੁੱਖ, ਲੀਨ ਹੋ ਗਏ ਜਿਨ੍ਹਾਂ ਦੇ ਉੱਤੇ ਗੁਰੂ ਨੇ ਅਪਰੰਪਾਰ ਕਿਰਪਾ ਕੀਤੀ। ਔਰ ਲੀਨ ਇਸ ਤਰੀਕੇ ਨਾਲ ਹੋ ਗਏ ਜਿਵੇਂ ਪਾਣੀ ਦੇ ਵਿੱਚ ਪਾਣੀ ਲੀਨ ਹੋ ਜਾਂਦਾ ਹੈ। ਸੋ ਆਓ ਅੱਜ ਦਾ ਜੋ ਇਤਿਹਾਸ ਹੈ ਉਹਦੇ ਨਾਲ ਜੁੜੀਏ। ਅੱਜ ਦਾ ਇਤਿਹਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਸੋ ਆਓ ਉਹਨਾਂ ਦੇ ਜੀਵਨ ਦੇ ਅੰਦਰ ਝਾਤ ਮਾਰੀਏ ਤੇ ਬਹੁਤ ਸਾਰੀ ਸਿੱਖਿਆ ਜਿਹੜੀ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਮਿਲ ਜਾਂਦੀ ਹੈ ਸਾਨੂੰ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪੌਵਿੰਡ ਦੀ ਧਰਤੀ ਜੋ ਅੰਮ੍ਰਿਤਸਰ ਸਾਹਿਬ ਜੀ ਦੇ ਮੁੱਕਲ ਦੇ ਵਿੱਚ ਵਸਦਾ ਹੋਇਆ ਇਹ ਨਗਰ ਹੈ। ਮਾਤਾ ਜਿਉਣੀ ਜੀ ਪਿਤਾ ਭਗਤੂ ਜੀ ਦੇ ਘਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਔਰ ਮਾਪਿਆਂ ਨੇ ਨਾਮ ਰੱਖਿਆ ਦੀਪਾ। ਔਰ ਨਾਮ ਰੱਖਿਆ ਦੀਪਾ ਔਰ ਮਾਤਾ ਪਿਤਾ ਦੇ ਕੋਲੋਂ ਬਚਪਨ ਦੇ ਵਿੱਚ ਹੀ, ਇਉਂ ਕਹਿ ਲਈਏ ਗੁੜਤੀ ਦੇ ਵਿੱਚ ਹੀ ਗੁਰਬਾਣੀ ਜਿਹੜੀ ਸੀ ਉਹਨੂੰ ਪ੍ਰਾਪਤ ਹੋਈ। ਕਿਉਂਕਿ ਮਾਤਾ ਪਿਤਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਨੇ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ ਹੋਏ ਨੇ। ਸੁਭਾਵਿਕ ਹੈ ਜੈਸੀ ਸਿੱਖਿਆ ਮਾਤਾ ਪਿਤਾ ਦੇਣਗੇ ਬੱਚੇ ਉਹੀ ਗ੍ਰਹਿਣ ਕਰਨਗੇ। ਸਮਝਿਆ ਜਾਂਦਾ ਕਿ ਬੱਚਾ ਇੱਕ ਕੋਰਾ ਕਾਗਜ਼ ਹੁੰਦਾ ਹੈ, ਕੋਰੇ ਕਾਗਜ਼ ਦੇ ਉੱਤੇ ਜੋ ਚਾਹੀਏ ਆਪਾਂ ਉਹ ਲਿਖ ਸਕਦੇ ਹਾਂ। ਔਰ ਇਹ ਸਿਆਣੇ ਲੋਕਾਂ ਦਾ ਕਥਨ ਹੈ ਬੱਚੇ ਨੂੰ ਕਿਹੋ ਜਿਹਾ ਮਨੁੱਖ ਬਣਾਉਣਾ ਹੈ ਉਹਦੇ ਵਿੱਚ ਤਕਰੀਬਨ 40% ਮਾਤਾ ਪਿਤਾ ਦਾ ਯੋਗਦਾਨ ਹੁੰਦਾ ਹੈ। ਔਰ ਉਸ ਤੋਂ ਬਾਅਦ ਟੀਚਰ ਦਾ ਜਿਹੜਾ ਹੈ ਉਹ 20% ਜਿਹੜਾ ਹੈ ਉਹ ਯੋਗਦਾਨ ਹੁੰਦਾ ਕਿ ਬੱਚੇ ਦਾ ਜੀਵਨ ਕਿਸ ਤਰੀਕੇ ਨਾਲ ਢਾਲਣਾ ਹੈ। ਔਰ ਉਸ ਤੋਂ ਬਾਅਦ ਜਿਹੜਾ 40% ਹੁੰਦਾ ਹੈ ਉਹ ਸੁਸਾਇਟੀ ਦਾ ਅਸਰ ਪੈਂਦਾ ਹੈ, ਸੰਗ ਦਾ ਅਸਰ ਜਿਹੜਾ ਹੈ ਉਹ ਵੀ ਬੜਾ ਪੈਂਦਾ ਹੈ। ਇਹ ਤੇ ਮਾਤਾ ਜਿਉਣੀ ਜੀ ਨੇ ਬਚਪਨ ਦੇ ਵਿੱਚ ਹੀ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਬੱਚੇ ਨੂੰ ਪਾਲਣਾ ਸ਼ੁਰੂ ਕੀਤਾ। ਗੁਰੂ ਨਾਨਕ ਦੇ ਘਰ ਦੀ ਸਿੱਖਿਆ ਦੇ ਕੇ, ਗੁਰ ਇਤਿਹਾਸ ਸੁਣਾ ਕੇ ਬੱਚੇ ਨੂੰ ਪਾਲਣਾ ਸ਼ੁਰੂ ਕੀਤਾ। ਅੱਜ ਵੇਖਦੇ ਹਾਂ ਦੁਨੀਆ ਦੇ ਅੰਦਰ ਵੈਸੇ ਬੜੇ ਭਾਗਾਂ ਵਾਲਾ ਆਪਣਾ ਨਗਰ ਹੈ ਜਿਹਦੇ ਵਿੱਚ ਇੱਕ ਵੀ ਮਨੁੱਖ ਜਿਹੜਾ ਹੈ ਸਿਰ ਤੋਂ ਮੋਨਾ ਹੈ ਨਹੀਂ, ਇੱਕ ਵੀ ਮੋਨਾ ਨਹੀਂ ਹੈ। ਜੇ ਸੋਚਿਆ ਜਾਵੇ ਤੇ ਬੱਚਾ ਨਿੱਕਾ ਜਿਹਾ ਹੈ, 2 ਸਾਲ ਦਾ ਹੈ, 3 ਸਾਲ ਦਾ ਹੈ, 4 ਸਾਲ ਦਾ ਹੈ, 5 ਸਾਲ ਦਾ ਗਿਣ ਲਈਏ, ਆਪਣੇ ਆਪ ਬੱਚਾ ਤਾਂ ਨਾਈ ਕੋਲ ਜਾਏਗਾ ਨਹੀਂ ਨਾ, ਜਾਂ ਮਾਂ ਲੈ ਕੇ ਜਾਏਗੀ ਜਾਂ ਬਾਪ ਲੈ ਕੇ ਜਾਏਗਾ। ਉਹਦੇ ਵਿੱਚ 40% ਮਾਂ ਦਾ ਯੋਗਦਾਨ ਮੈਂ ਤਾਂ ਕਿਹਾ ਹੈ
क्योंकि मावां ने ही बच्चों के जूड़े करने होंगे ने। जे माँ ही कहे, हुण निक्का जिहा बच्चा है, केस वाउण लग्गिया थोड़ा बड़ा तो रोवेगा ही, उन्होंने समझ नहीं है ना। तो मावां कह दिंदियां ने जा ਉਹਦੇ बाप नाल चला जा, तो जा जूड़ा कटा के आ जा, मैथों नहीं सियापा हुंदा तेरे जूड़े का। इउं मावां ਜਿਹੜੀਆਂ ਕਹਿਣਗੀਆਂ। ਉਹਦੇ ਘਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਰਗੀ ਸੋਚ ਵਾਲੇ ਪੁੱਤਰ ਕਿੱਥੋਂ ਪੈਦਾ ਹੋਣਗੇ? ਭੂਤ ਨਹੀਂ ਪੈਦਾ ਹੋਣੇ ਨੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਸਤਿਗੁਰੂ ਜੀ ਕਹਿੰਦੇ ਨੇ ਕਲਯੁਗ ਦੇ ਸਮੇਂ ਦੇ ਅੰਦਰ ਜੇ ਮਾਂ ਜਿਨਣੀ ਹੈ, ਭੂਤਨੀ ਹੈ, ਤੇ ਧੀਆਂ ਪੁੱਤਰ ਵੀ ਤਾਂ ਭੂਤ ਨਹੀਂ ਪੈਦਾ ਹੁੰਦੇ ਨੇ। ਕਿਉਂ? ਸਿੱਖਿਆ ਦੇ ਉੱਤੇ ਡਿਪੈਂਡ ਹੁੰਦਾ ਹੈ। ਜੇ ਮਾਂ ਸਿਮਰਨ ਕਰਨ ਵਾਲੀ ਹੈ, ਨਾਮ ਜਪਣ ਵਾਲੀ ਹੈ, ਤੇ ਘਰ ਦੇ ਵਿੱਚ ਧੀਆਂ ਪੁੱਤਰ ਵੀ ਜਿਹੜੇ ਨਾਮ ਜਪਣ ਵਾਲੇ ਪੈਦਾ ਹੋਣਗੇ। ਜੇ ਮਾਂ ਨੇ ਸਿੱਖਿਆ ਦਿੱਤੀ ਹੈ ਚੰਗੀ, ਤੇ ਇਹ ਸੱਚਾਈ ਹੈ ਕਿ ਬੱਚੇ ਸਿੱਖਿਆ ਵਾਲੇ ਹੋਣਗੇ। ਮਾਤਾ ਜਿਉਣੀ ਨੇ ਗੁਰਬਾਣੀ ਦੀਆਂ ਦੇ ਕੇ ਸਿੱਖਿਆਵਾਂ, ਇਤਿਹਾਸ ਦੀਆਂ ਸਿੱਖਿਆ ਦੇ ਕੇ ਪੁੱਤਰ ਦੀ ਜਿਹੜੀ ਜੜ ਸੀ ਸਿੱਖੀ ਘਰ ਦੇ ਵਿੱਚ, ਉਹਨੂੰ ਮਜ਼ਬੂਤ ਕੀਤਾ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਬਚਪਨ ਦੇ ਵਿੱਚ ਇਉਂ ਪਾਲਿਆ। ਤੇ ਸਮਾਂ ਉਹ ਵੀ ਸੀ ਜਦੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਹਿਮਤਾਂ ਪੈ ਬਰਸਾਉਂਦੇ ਨੇ। ਔਰ ਇੱਧਰ 5-7 ਸਾਲ ਦਾ ਜਦੋਂ ਭਾਈ ਦੀਪਾ ਹੋਇਆ, ਆਪਣੀ ਮਾਤਾ ਜੀ ਦੇ ਨਾਲ, ਪਿਤਾ ਜੀ ਦੇ ਨਾਲ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਜਾ ਕੇ ਜਿਵੇਂ ਮਾਤਾ ਪਿਤਾ ਨੇ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ, ਭਾਈ ਦੀਪੇ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੋਏ। ਪਹਿਲੀ ਵਾਰ ਸਤਿਗੁਰੂ ਦੇ ਦਰਸ਼ਨ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਹੀ ਸੁੱਧ ਦੀ ਨਾ ਸੁੱਧ ਰਹੀ, ਬੁੱਧ ਦੀ ਨਾ ਬੁੱਧ ਰਹੀ। ਗੁਰੂ ਚਰਨਾਂ ਦੇ ਵਿੱਚ ਐਸੀ ਬਖਸ਼ਿਸ਼ ਹੋਈ, ਸਤਿਗੁਰਾਂ ਨੇ ਮਿਹਰ ਭਰੀ ਨਜ਼ਰ ਦੇ ਨਾਲ ਇਸ ਬੱਚੇ ਨੂੰ ਤੱਕਿਆ, ਪਿਆਰ ਕੀਤਾ, ਕੋਲ ਬਿਠਾ ਲਿਆ ਤੇ ਰਹਿਮਤਾਂ ਬਰਸਾਈਆਂ। ਸਮਾਂ ਪਾ ਕੇ ਮਾਤਾ ਜਿਉਣੀ ਜੀ, ਭਾਈ ਭਗਤੂ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਘਰ ਦੇ ਰੁਝੇਵਿਆਂ ਦੇ ਵਿੱਚ ਛੱਡ ਕੇ ਆਏ ਹਾਂ, ਮਹਾਰਾਜ ਕਿਰਪਾ ਕਰੋ, ਅਸੀਂ ਆਪਣੇ ਨਗਰ ਨੂੰ ਜਾਣਾ ਚਾਹੁੰਦੇ। ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਆਪਾਂ ਪੜ੍ਹਦੇ ਹਾਂ ਨਾ ਗੁਰਬਾਣੀ ਦੇ ਅੰਦਰ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਲੋਕ ਪਰਲੋਕ ਦੀਆਂ ਪ੍ਰਾਪਤ ਹੁੰਦੀਆਂ ਨੇ ਜਦੋਂ ਕੋਈ ਮਨੁੱਖ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦਾ। ਤੇ ਕਲਗੀਧਰ ਪਿਤਾ ਜੀ ਨੇ ਮਿਹਰ ਭਰੀਆਂ ਨਜ਼ਰਾਂ ਨਾਲ ਤੱਕਿਆ ਤੇ ਨਿਮਖ ਅੱਖ ਝਮੱਕਣ ਜਿੰਨੇ ਸਮੇਂ ਦੇ ਵਿੱਚ ਹੀ ਭਾਈ ਦੀਪੇ ਤੋਂ ਇਹ ਦੀਪ ਸਿੰਘ ਬਣ ਗਿਆ। ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਕਹਿਣ ਲੱਗੇ, ਭਾਈ ਭਗਤੂ ਜੀ ਤੁਸੀਂ ਜਾਣਾ ਚਲੇ ਜਾਓ, ਇਸ ਬੱਚੇ ਨੂੰ ਇੱਥੇ ਰਹਿਣ ਦਿਓ। ਹੁਣ ਭਾਈ ਦੀਪਾ ਵੀ ਕਹਿਣ ਲੱਗਾ ਕਿ ਬਾਪੂ ਜੀ ਮੈਂ ਰਹਿਣਾ ਚਾਹੁੰਦਾ ਗੁਰੂ ਚਰਨਾਂ ਦੇ ਵਿੱਚ, ਇੱਥੇ ਗਹਿਮਾ ਗਹਿਮ ਬੜੀ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਬੜਾ ਹੈ, ਤੇ ਮੈਨੂੰ ਕੁਝ ਸਮਾਂ ਰਹਿਣ ਦਿਓ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਭਾਈ ਦੀਪ ਸਿੰਘ ਜਿਸ ਨੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਜਿੱਥੇ ਸ਼ਾਸਤਰ ਵਿਦਿਆ ਸਿੱਖੀ, ਉੱਥੇ ਸ਼ਾਸਤਰਾਂ ਦੀ ਵੀ ਵਿਦਿਆ ਸਿੱਖੀ। ਭਾਵ ਕਿ ਸ਼ਾਸਤਰ ਔਰ ਸ਼ਸਤਰ, ਸ਼ਸਤਰ ਦਾ ਅਰਥ ਹੁੰਦਾ ਹਥਿਆਰ ਚਲਾਉਣਾ ਸਿੱਖਣਾ, ਜਿਹਦੇ ਵਿੱਚ ਭਾਈ ਦੀਪੇ ਨੇ ਹਥਿਆਰ ਚਲਾਉਣਾ ਸਿੱਖਿਆ। ਕਿਰਪਾਨ, ਖੰਡਾ, ਵਰਸ਼ਾ, ਨੇਜਾ ਜੋ ਵੀ ਸੀ ਉਸ ਸਮੇਂ ਦਾ ਹਥਿਆਰ, ਤੀਰ ਅੰਦਾਜ਼ੀ, ਘੋੜ ਸਵਾਰੀ, ਇਹ ਸਾਰਾ ਕੁਝ ਗੁਰੂ ਚਰਨਾਂ ਵਿੱਚ ਰਹਿ ਕੇ ਭਾਈ ਦੀਪੇ ਨੇ ਸਿੱਖਿਆ। ਸਮਾਂ ਆਇਆ 1699 ਦੀ ਵਿਸਾਖੀ ਨੂੰ, ਜਦੋਂ ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੇ ਭਾਈ ਦੀਪੇ ਤੋਂ ਹੁਣ ਦੀਪ ਸਿੰਘ ਬਣ ਗਿਆ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਭੱਜ ਕੇ ਸੇਵਾ ਕਰਦਾ, ਲੰਗਰਾਂ ਦੀ, ਭੋਜਨ ਪ੍ਰਸ਼ਾਦੇ ਦੀ, ਬਰਤਨ ਸਾਫ਼ ਕਰਨ ਦੀ, ਹਰ ਤਰ੍ਹਾਂ ਦੀ ਸੇਵਾ ਕਰਦਾ ਹੈ। ਔਰ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਦਾ ਅਭਿਆਸ ਕਰਦਾ ਭਾਈ ਦੀਪ ਸਿੰਘ। ਸਮਾਂ ਪਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫੇਰ
बाबा दीप सिंह जी के माता पिता आए ने आके बेनती की, यथाशक्त भेटावां लियांदियां, सतगुरां दे विच चरनां दे विच आण करके बेनती की, महाराज आप जी के घर दे विच असीं अपने सुपुत्र नूं छड्ड के गए सी, किते नज़र नहीं आउंदा। लंगरां दे विच झूठे बर्तन साफ करदे बाबे दीप सिंह नूं बुला के लिआंदा गया, ते जदों कई सालां बाद माता पिता ने पुत्र नूं वेखिया ते बाबा दीप सिंह जी दे हुण पहिलां वाला चेहरा नहीं सी। गल दे विच श्री साहब है, चोला पाया होया नीले रंग दा, सिर ते दस्तार सजाई हुई है। ते जदों माता पिता ने वेखिया ते मन जिहड़ा सी ओह गद-गद कर उठिया भी साडे पुत्र दा निराला चेहरा बन गया। खड्डे बाटे की पौड़ लै ली है, गुरु चरणों नाल पूर्ण तौर पर जुड़ गया। और कुछ दिन सेवा करन तो उपरंत भाई भगतू जी ने बेनती की, महाराज जे आप जी की आग्या होवे असी नगर नूं जाना है, सानू छुट्टियां बख्शो। ते महाराज बेनती है असी अपने पुत्र दीप सिंह नूं भी नाल ले जाना चाहुंदे हां। सतगुरां ने क्या दीप सिंह जाना चाहुंदा नगर नूं? कहंदा महाराज आप जी की आग्या होवे मैं अपने नगर नूं जाना चाहुंदा। सच्चे पातशाह बख्शिशां करन लगे, कहन लगे दीप सिंह नगर दे विच जाके अवेंसले नहीं हो के बैठ जाना, धन गुरु नानक देव महाराज सच्चे पातशाह जी की गुरबाणी का प्रचार करना है, नगरां दे विच प्रचार करना है ते सिੱਖਣ वास्ते गुरबाणी सिख संगतां नूं प्रेरणा करनी है। और जदों साडा हुक्म होएगा उदों असीं जिथे बुलावांगे उदों साडे कोल भी तो पहुँचना है। सतगुरां दे चरनां दे उत्ते मत्था टेक के बाबा दीप सिंह जी अपने माता पिता नाल नगर दे विच पौविंड विच पहुंचे ने। इधर समा आया 1704 का, जदों धन गुरु गोबिंद सिंह महाराज कलगियां वाले पातशाह ने अपने परिवार समेत आनंदपुर साहिब का किला जिहड़ा सी उहनूं छड्ड दिता और सरसा कंढे ते जाके सतगुरां दा परिवार जिहड़ा सी वो 3 हिस्सिਆਂ 'ਚ वंडिया गया। ये आम ही जिक्र है, इतिहास का आपां नूं पता हुंदा है, पर आपां इतिहास नूं हुण किहनूं नहीं पता कि बाबा दीप सिंह जी ने जो वड्डियां वड्डियां कारनामे कीते, रहमतां बरसाइयां, कलगीधर पिता जी की बख्शिश का सदका सारिआं नूं पता है। एक आपां साखी के जरिए उन्हां दे दर्शन करने हुंदे ने। आपां जदों भी साखी करते हैं इतिहास के नाल नाल अपने मन नूं तोरने तो इउं लगदा है जिवें साडा मन जिहड़ा उसे समय दे विच पहुँच गया होवे और आपां अखां दे नाल अंतर आत्मे धन गुरु गोबिंद सिंह महाराज जी के दर्शन कर रहे होइए और धन धन साहिब बाबा दीप सिंह जी के दर्शन कर रहे होइए। सो 3 हिस्सिਆਂ ਵਿੱਚ परिवार वंडिया गया। एक हिस्से ਦੇ ਵਿੱਚ माता साहिब कौर जी, माता सुंदर कौर जी भाई मणि सिंह जी ਦੇ ਨਾਲ ਦਿੱਲੀ ਨੂੰ चले गए। दूजे हिस्से ਵਿੱਚ माता गुजर कौर जी सतगुरां दे दोवें साहिबजादे बाबा जोरावर सिंह साहिब जी, बाबा फतेह सिंह जी जो सरहंद दे विच उन्होंने शहादतां दा जाम पीता। तीसरे हिस्से दे विच साहिब श्री गुरु गोबिंद सिंह महाराज कलगियां वाले पातशाह दोवें साहिबजादे बाबा अजीत सिंह जी, बाबा जुझार सिंह जी पंजे प्यारे चमकौर की गढ़ी दे विच भयानक युद्ध होया जिथे सतगुरां दे वड्डे साहिबजादे और 3 छोटे प्यारे जिहड़े सन वो शहीद होए और सतगुरां दे जान तो प्यारे सिंघां ने शहादत का जाम पीता। पंथ का हुक्म मनते हुए कलगीधर पिता जी माछीवाड़े दिए विच रहमतां बरसाउंदे मालवे की धरती ते पहुंचे और उस तो उपरंत सतगुरु जी दमादम साहिब की धरती के उत्ते पहुंचे ने। दमदमा साहिब की धरती ते पहुंचे और पहुँच करके सतगुरु कलगीधर पातशाह जी नूं इत्थे भाई मणि सिंह जी भी जिहड़े सन वो आप मिले ने और इस धरती ते सतगुरु जी रहमतां बरसा रहे ने। जिथे जाए बहे मेरा सतगुरु सो थान सुहावा राम राजे। सतगुरु जी इत्थे आण के जदों पहुंचे ना भाई मणि सिंह नूं मिले ते सतगुरां ने कहा भाई हुण इउं करिए, हुण समा कुछ अमन अमान दा है, इउं करो जिहड़ा धन गुरु अर्जन देव महाराज सच्चे पातशाह जी ने
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਜਿਹੜੀ ਸਤਿਗੁਰਾਂ ਦੀ ਇਕੱਤਰ ਕੀਤੀ ਸੀ ਨਾ, ਉਹ ਲੈ ਕੇ ਆਓ। ਪਤਾ ਕੀਤਾ, ਪਤਾ ਕਰਨ ਤੋਂ ਬਾਅਦ ਮਿਲਿਆ, ਜਾਣਕਾਰੀ ਮਿਲੀ ਕਿ ਉਹ ਕਰਤਾਰਪੁਰ ਦੀ ਧਰਤੀ ਦੇ ਉੱਤੇ ਧੀਰਮਲ ਦੇ ਕੋਲ ਉਹ ਗ੍ਰੰਥ ਹੈ। ਆਪਣੇ ਕਬਜ਼ੇ ਦੇ ਵਿੱਚ ਉਹਨੇ ਕਰ ਲਿਆ ਸੀ ਧੀਰਮਲ ਨੇ। ਕਬਜ਼ੇ ਵਿੱਚ ਕਰਨ ਦਾ ਮਤਲਬ ਕੀ ਸੀ? ਉਹਦੇ ਮਨ ਦੇ ਵਿੱਚ ਇਹ ਸ਼ੰਕਾ ਸੀ, ਇਹ ਇੱਕ ਆਸ ਬੱਝੀ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ, ਇਹ ਗੁਰਬਾਣੀ ਜਿਸ ਕਿਸੇ ਕੋਲ ਵੀ ਹੋਵੇਗੀ ਉਹ ਗੁਰੂ ਬਣ ਬੈਠੇਗਾ। ਇਹ ਉਹਦੇ ਮਨ ਦਾ ਭੁਲੇਖਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਸਿੰਘਾਂ ਨੂੰ, ਜਾਓ ਸਿੰਘੋ, ਧੀਰਮਲ ਦੇ ਕੋਲੋਂ ਜਾ ਕੇ ਉਹ ਗੁਰਬਾਣੀ ਕੀਤੀ ਹੋਈ ਇਕੱਤਰ ਜਿਹੜੀ ਹੈ ਉਹ ਲੈ ਕੇ ਆਓ, ਉਹਦਾ ਆਪਾਂ ਉਤਾਰਾ ਕਰਨਾ ਹੈ। ਔਰ ਨਾਲ ਸਤਿਗੁਰਾਂ ਨੇ ਇਹ ਵੀ ਕਹਿ ਦਿੱਤਾ, ਸਿੰਘੋ ਜ਼ਬਰਦਸਤੀ ਨਹੀਂ ਲੈ ਕੇ ਆਉਣਾ, ਕਿਉਂਕਿ ਇਹ ਗੁਰਬਾਣੀ ਹੈ। ਇਹਨੂੰ ਜੇ ਉਹ ਆਰਾਮ ਦੇ ਨਾਲ ਦੇ ਦੇਣ, ਪਿਆਰ ਦੇ ਨਾਲ ਦੇ ਦੇਣ, ਠੀਕ ਹੈ, ਨਹੀਂ ਤਾਂ ਵਾਪਸ ਆ ਜਾਣਾ। ਸਤਿਗੁਰਾਂ ਦਾ ਹੁਕਮ ਮੰਨ ਕੇ ਧੀਰਮਲ ਦੇ ਕੋਲ ਸਿੰਘ ਗਏ, ਜਾ ਕੇ ਬੇਨਤੀ ਕੀਤੀ, ਬਾਬਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜੋ ਇਹ ਗੁਰਬਾਣੀ ਦੀ ਬੀੜ ਹੈ ਇਹ ਸਾਨੂੰ ਦੇ ਦੇਵੋ, ਇਹਦੇ ਤੋਂ ਉਤਾਰਾ ਕਰਨਾ ਹੈ। ਧੀਰਮਲ ਗੁੱਸੇ ਦੇ ਵਿੱਚ ਸੜਿਆ ਭੁੱਜਿਆ, ਕਹਿਣ ਲੱਗਾ, ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਸਮਝਦੇ ਹੋ, ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦਾ ਹੀ ਰੂਪ ਹੈ, ਫਿਰ ਸਾਡੇ ਕੋਲ ਕੀ ਲੈਣ ਆਏ ਹੋ? ਜਾਓ ਉਹਨੂੰ ਕਹਿ ਦੇਵੋ ਕਿ ਉਹ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਉਚਾਰਨ ਕਰ ਲਵੇ। ਜਦੋਂ ਸਿੰਘ ਵਾਪਸ ਆਏ ਤੇ ਮਹਾਰਾਜ ਨੂੰ ਆ ਕੇ ਦੱਸਣਾ ਕੀਤਾ, ਸੱਚੇ ਪਾਤਸ਼ਾਹ ਉਹਨਾਂ ਨੇ ਇਉਂ ਲਫ਼ਜ਼ ਬੋਲੇ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਹੁਕਮ ਕੀਤਾ, ਭਾਈ ਕੋਈ ਸਿੰਘ ਜਾਓ ਬਾਬਾ ਦੀਪ ਸਿੰਘ ਜੀ ਨੂੰ ਬੁਲਾ ਕੇ ਲਿਆਓ। ਬਾਬਾ ਦੀਪ ਸਿੰਘ ਜੀ ਨੂੰ ਬੁਲਾਉਣ ਵਾਸਤੇ ਸਿੰਘ ਪੌਵਿੰਡ ਦੀ ਧਰਤੀ ਤੇ ਪਹੁੰਚਿਆ। ਆ ਕੇ ਫਤਿਹ ਬੁਲਾਈ। ਬਾਬਾ ਜੀ ਨੇ ਸੁਖ ਸਾਂਦ ਪੁੱਛੀ, ਕਿੱਥੋਂ ਆਏ ਹੋ? ਸਿੰਘ ਨੇ ਦੱਸਿਆ, ਮੈਂ ਧੰਨ ਗੁਰੂ ਕਲਗੀਧਰ ਪਿਤਾ ਜੀ ਨੇ ਮੈਨੂੰ ਭੇਜਿਆ ਹੈ, ਮੈਂ ਦਮਦਮਾ ਸਾਹਿਬ ਦੀ ਧਰਤੀ ਤੋਂ ਆਇਆ ਹਾਂ। ਸਤਿਗੁਰਾਂ ਨੇ ਆਪ ਜੀ ਨੂੰ ਯਾਦ ਕੀਤਾ ਕਿ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਨੂੰ ਬੁਲਾ ਕੇ ਲਿਆਂਦਾ ਜਾਵੇ। ਇੱਥੇ ਆ ਕੇ ਇੱਕ ਮਨ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਉਦੋਂ ਹੋਰ ਵੀ ਸਿੰਘ ਤਾਂ ਬਹੁਤ ਹੋਣਗੇ, ਪਰ ਵੇਖੋ ਜਿਹਦੇ ਕਰਮਾਂ ਦੇ ਵਿੱਚ ਵਡਿਆਈਆਂ ਹੁੰਦੀਆਂ ਨੇ, ਮਿਲਣੀਆਂ ਉਹਨੂੰ ਹੀ ਹੁੰਦੀਆਂ ਨੇ। ਸਤਿਗੁਰਾਂ ਦੇ ਕੋਲ ਭਾਈ ਦਇਆ ਸਿੰਘ ਵਰਗੇ ਵੀ ਸਿੰਘ ਉਸ ਵੇਲੇ ਮੌਜੂਦ ਸਨ। ਭਾਈ ਧਰਮ ਸਿੰਘ ਜੀ ਵਰਗੇ ਸਿੰਘ ਵੀ ਪਿਆਰੇ ਮੌਜੂਦ ਸਨ। ਹੋਰ ਵੀ ਬਹੁਤ ਸਾਰੇ ਸਤਿਕਾਰਯੋਗ ਸਿੰਘ ਹੋਣਗੇ, ਪਰ ਪਤਾ ਨਹੀਂ ਪਿਛਲੇ ਕਿੰਨੇ ਜਨਮਾਂ ਦੀ ਭਗਤੀ ਹੋਏਗੀ ਬਾਬਾ ਦੀਪ ਸਿੰਘ ਜੀ ਦੀ, ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਯਾਦ ਕੀਤਾ ਹੈ। ਤੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਧੰਨ ਭਾਗ ਨੇ ਮੇਰੇ ਜਿਹੜੇ ਮੇਰੇ ਕਲਗੀਧਰ ਪਿਤਾ ਜੀ ਨੇ ਮੈਨੂੰ ਯਾਦ ਕੀਤਾ ਹੈ। ਮੰਜ਼ਲਾਂ ਮਾਰਦੇ ਹੋਏ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਤੇ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਦੀਪ ਸਿੰਘ ਆਪ ਜੀ ਨੇ ਸ਼ਾਹੀ ਬਣਾ ਕੇ ਦੇਣੀ ਹੈ, ਕਲਮਾਂ ਘੜ ਕੇ ਦੇਣੀਆਂ ਨੇ। ਔਰ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਹੈ, ਉਹ ਗੁਰਬਾਣੀ ਲਿਖਣਗੇ। ਬੈਠ ਕੇ ਫਿਰ ਚੌਂਕੜੇ ਮਾਰ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ, ਸਿੱਧ ਸੰਗਤਾਂ ਸੱਜ ਗਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਪ ਗੁਰਬਾਣੀ ਸ਼ੁਰੂਆਤ ਕੀਤੀ, ਆਰੰਭਤਾ ਕੀਤੀ ਇੱਕ ਓਅੰਕਾਰ ਤੋਂ। ਇਤਿਹਾਸ ਲਿਖਦਾ, ਪਹਿਲੇ ਦਿਨ ਜਪਜੀ ਸਾਹਿਬ ਦੇ ਸਾਰਾ ਜਿਹੜਾ ਸੀ ਗੁਰਬਾਣੀ ਲਿਖੀ ਗਈ। ਔਰ ਜਿਹੜੀ ਰਹਿ ਰਾਸ ਦੀ ਉਸ ਤੋਂ ਅੱਗੇ ਆਉਂਦੀ ਹੈ ਗੁਰਬਾਣੀ, ਸ੍ਰੀ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਇਹ ਸਾਰੀ ਗੁਰਬਾਣੀ ਜਿਹੜੀ ਸੀ ਪਹਿਲੇ ਦਿਨ ਹੀ ਇਹ ਲਿਖੀ ਗਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਨੂੰ ਲਿਖਾ ਰਹੇ ਨੇ ਔਰ ਬਾਬਾ ਦੀਪ ਸਿੰਘ ਜੀ ਸੋਨੇ ਨੂੰ ਭਸਮ ਕਰਕੇ ਸ਼ਾਹੀ ਬਣਾ ਕੇ ਦੇ ਰਹੇ ਨੇ, ਨਾਲ ਕਲਮਾਂ ਘੜ ਕੇ ਦੇ ਰਹੇ ਨੇ। ਔਰ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਉਹ ਗੁਰਬਾਣੀ ਨੂੰ ਲਿਖ ਰਹੇ ਨੇ। ਇਸੇ ਤਰ੍ਹਾਂ ਗੁਰਬਾਣੀ ਲਿਖਦਿਆਂ ਤੇ ਗੁਰਬਾਣੀ ਦੇ ਅੰਦਰ, ਇਸ ਗ੍ਰੰਥ ਦੇ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵੀ ਗੁਰਬਾਣੀ ਜਿਹੜੀ ਸੀ ਉਹ ਅੰਕਿਤ ਕੀਤੀ ਗਈ। ਜਦੋਂ ਸੰਪੂਰਨਤਾ ਹੋਈ, ਰੋਜ਼ਾਨਾ ਦੀਵਾਨ ਸਜਦੇ ਨੇ, ਜਦੋਂ ਸੰਪੂਰਨਤਾ ਹੋਈ ਨਾ ਤੇ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਹੁਣ ਹੁਕਮਨਾਮਾ ਲਿਆ ਜਾਵੇ।
हुक्मनामा लिया हुक्मनामा आया टोडी महला पंजवा। सतगुर आयो शरण तुहारी मिले सूख नाम हर शोभा। चिंता लाहे हमारी अवर न सूझै दूजी ठाहर। हार परियों तो द्वारी लेखा छोड़ अलेखा छूटम निर्गुण लियो उबारी। सदवक शिंद सदा मेहरबाना सबना दे आधारी। नानक दास संत पाछे परियो राख लियो ए बारी। पवित्र हुक्मनामा होया। हुक्मनामे तो उपरंत कुछ दिन सतगुरु जी दमदमा साहब की धरती ते रहे और उस तो उपरंत सतगुਰਾਂ ने हुक्म किया कि भाई ਸਿੰਘੋ हुण असीं नदेड़ की धरती ते जाना है और दखण की धरती ते जावांगे और आप सरबत संगतां ने इत्थे गुरु नानक दे नाम का प्रचार करना। हुण मुख जिहड़े इत्थे आगू सी भाई साहब भाई मणी सिंह जी और दूसरा बाबा दीप सिंह जी। भाई साहब भाई मणी सिंह जी हाथ जोड़ के कहन लगे महाराज सच्चे पातशाह आप चले हो कृपा करके सानू दसो साडे लई हुक्म की है। ते सतगुरु जी कहन लगे मणी सिंह तुसां ने अमृतसर साहब की पवित्र धरती ते जाना है। उत्थे गुरु रामदास पातशाह जी के चरणों के विच रह के सेवा करनी है और बेनती की सच्चे पातशाह कृपा करनी तुहाडे चरणों का भंवरे हाँ महाराज सच्चे पातशाह साडी सिक्खी जिहड़ी है अंतिम सवासां तिकर गरीब निवाज केसां सवासां संग निभ जावे और तेरे चरणों के नाल साडी बनी हुई प्रीत जिहड़ी है ये निभ जावे। सतगुरां ने कहा भाई भाई मणी सिंह नूं इतिहास ने अपने ये अखर जिहड़े ने अपने अंदर समो के रखे हुए ने। भाई मणी सिंह सिक्खी सिदक निभाउण दी गल करदा है। तेरी सिक्खी जिहड़ी है वो बंद बंद भी भोरा भोरा करके भी कटिया जाएगा फिर भी तेरी सिक्खी निभेगी। इउं ही होया ना भाई मणी सिंह जी का बंद बंद कटिया गया। बाबा दीप सिंह जी ने बेनती की सच्चे पातशाह गरीब निवाज कृपा करो बख्शिश करो गरीब निवाज मेरे लिए की हुक्म है। सतगुरु जी कहते ने तू इत्थे रह के दमदमा साहब की धरती के उत्ते सेवा करनी है और गुरु ग्रंथ साहब महाराज का उतारा करना है। ते बाबा दीप सिंह जी ने 11 सालों के समय दे विच 4 गुरु ग्रंथ साहब महाराज के बीड़ जिहड़ी सी सरूप जिहड़े सी वो लिखे। 4 सरूप एक सरूप जिहड़ा सी आनंदपुर साहब की धरती ते घलाया गया। दूसरा सरूप जिहड़ा सी वो पटना साहब की धरती ते घलाया गया। तीसरा सरूप जिहड़ा सी वो अमृतसर साहब की पवित्र धरती ते घलाया गया। चौथा स्वरूप जिहड़ा सी वो दमदमा साहब की धरती ते सुशोभित होया। अज भी ये चारे स्वरूप मौजूद ने गुरधामां दे उत्ते गुरु तख्तां दे उत्ते। इधर बाबा दीप सिंह जी बेनती करन लगे सच्चे पातशाह कृपा करनी कलयुग दे जीवां वेखो किन्नी तपस्या किन्नी भगती है किन्नियां रहमतां ने फिर भी निमरता नका नक भरी हुई है। बाबा दीप सिंह जी कहन लगे महाराज बेनती है सच्चे पातशाह मेरी सिक्खी सिदक जिहड़ा है वो निभ जावे। धन गुरु कलगीधर पातशाह जी ने कहा दीप सिंह तू वो दुनिया के अंदर कारनामा करेगा जो अज तक कोई कर ही नहीं सकिया। वो रहमतां बरसणगियां। सतगुरु जी नदेड़ नूं धरती नूं चले गए। बाबा दीप सिंह जी ने 11 साल इत्थे सेवा करन उपरंत अजे होर वो गुरबाणी लिख रहे सन गुरु नानक दे घर का प्रचार कर रहे सन। ते सतगुरु जी दी नगरी जिहड़ी गुरु रामदास पातशाह जी की उत्थों एक सिंह आया आके उन्हें बेनती की बाबा दीप सिंह जी फतेहगढ़ की सांझ पाई बेनती की बाबा जी भरे हुए मन दे नाल कहन लगा मैं गुरु की नगरी तो आया हाँ। ते बाबा दीप सिंह जी कहन लगे गुरु रामदास पातशाह मेरे दी नगरी तो आया कहंदा हाँ। इतिहास लिखदा है बाबा दीप सिंह जी उठे ने कहन लगे बड़े लम्मा समा हो गया मैनू गुरु रामदास पातशाह जी दे दर्शन कीतियां नूं अज वड्डे भाग ने कोई दर्शन करके आया है मैं तेरे चरण छू लवां। गुरसिखां की हर धूड़ दे हम पापी भी गत पाए। बाबा दीप सिंह जी उठे ने वो सिंह पिछे हो गया कहन लगा बाबा जी उदों सत्कार किया जाता कदों सुख शांति नाल कोई आउंदा है
ਤੇ ਤੂੰ ਕਿਵੇਂ ਆਇਆ? ਬਾਬਾ ਦੀਪ ਸਿੰਘ ਜੀ ਨੇ ਪੁੱਛਿਆ। ਕਹਿਣ ਲੱਗਾ, ਸਿੰਘ ਕਹਿਣ ਲੱਗਾ, ਬਾਬਾ ਦੀਪ ਸਿਆ ਗੁਰੂ ਰਾਮਦਾਸ ਦੇ ਪਵਿੱਤਰ ਨਗਰੀ ਤੋਂ ਆਇਆ ਹਾਂ, ਜਿੱਥੇ ਅਬਦਾਲੀ ਨੇ ਗੁਰੂ ਧਾਮ ਦੇ ਉੱਤੇ ਕਬਜ਼ਾ ਕਰ ਲਿਆ ਹੈ। ਪਵਿੱਤਰ ਸਰੋਵਰ ਜਿਹੜਾ ਸੀ ਉਹ ਪੂਰ ਦਿੱਤਾ ਗਿਆ ਹੈ। ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਗੁਰੂ ਧਾਮ ਦੀ। ਇਸ ਕਰਕੇ ਮੇਰੇ ਪੈਰ ਛੂਣੇ ਨਹੀਂ, ਕੋਈ ਉਪਰਾਲਾ ਕੀਤਾ ਜਾਵੇ ਜਿਸ ਤੋਂ ਗੁਰੂ ਧਾਮ ਨੂੰ ਆਜ਼ਾਦ ਕਰਾਇਆ ਜਾਵੇ। ਹੁਣ ਬਾਬਾ ਦੀਪ ਸਿੰਘ ਜੀ ਨੇ ਕਲਮ ਦਵਾਤ ਇੱਕ ਪਾਸੇ ਰੱਖ ਦਿੱਤੀ, ਅੱਖਾਂ ਦੇ ਵਿੱਚ ਖੂਨ ਉਤਰ ਆਇਆ। ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਰਿਮੰਦਰ ਸਾਹਿਬ ਨੂੰ ਜ਼ਾਲਮ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਉਹ ਗੁਰੂ ਧਾਮ ਜਿੱਥੇ ਸ਼ਾਮ ਸਵੇਰੇ ਦਿਨ ਰਾਤ ਹਰ ਵੇਲੇ ਨਿਰੰਕਾਰ ਦਾ ਸਿਮਰਨ ਕੀਤਾ ਜਾਂਦਾ ਹੈ, ਜਿੱਥੇ ਅੱਲਾ ਦੀ ਆਵਾਜ਼ ਆਉਂਦੀ ਹੈ, ਜਿੱਥੇ ਸਾਂਝੀ ਵਾਲਤਾ ਦਾ ਪ੍ਰਤੀਤ ਹੈ ਗੁਰੂ ਘਰ ਦਾ, ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ, ਉੱਥੇ ਉਸ ਸਰੋਵਰ ਨੂੰ ਪੂਰਿਆ ਗਿਆ ਜਿੱਥੇ ਇਸ਼ਨਾਨ ਕਰਕੇ ਪਿੰਗਲੇ ਵੀ ਰਾਜੀ ਹੋ ਜਾਂਦੇ ਨੇ। ਉਹ ਸਾਂਝੀ ਵਾਰਤਾ ਜਿੱਥੋਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਦੀ ਆਵਾਜ਼ ਆਉਂਦੀ ਹੈ, ਉਸ ਨੂੰ ਜ਼ਾਲਮ ਨੇ ਪੂਰ ਦਿੱਤਾ। ਹੁਣ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕਰਨੀ ਸ਼ੁਰੂ ਕੀਤੀ, ਤੇ ਜਦੋਂ ਅਰਦਾਸ ਕੀਤੀ ਨਾ ਤੇ ਕੋਲ ਤਕਰੀਬਨ 8 ਸਿੰਘ ਨੇ। 8 ਸਿੰਘਾਂ ਦੇ ਨਾਲ ਅਰਦਾਸ ਕੀ ਕੀਤੀ ਹੈ ਕਿ ਐ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਦਰਬਾਰਾਂ ਦੇ ਵਿੱਚ ਜਦੋਂ ਕੋਈ ਆਉਂਦਾ ਯਥਾ ਸ਼ਕਤ ਭੇਟਾ ਲੈ ਕੇ ਆਉਂਦਾ ਹੈ, ਕੋਈ ਕੜਾਹ ਪ੍ਰਸ਼ਾਦ ਦਾ ਪ੍ਰਸ਼ਾਦ ਚੜਾਉਂਦਾ ਹੈ, ਕੋਈ ਫੁੱਲੜੀਆਂ ਪਤਾਸਿਆਂ ਦਾ ਪ੍ਰਸ਼ਾਦ ਚੜਾਉਂਦਾ ਹੈ, ਕੋਈ ਰਮਾਲੇ ਭੇਟ ਕਰਦਾ ਹੈ, ਸੱਚੇ ਪਾਤਸ਼ਾਹ ਇੱਕ ਗੁਰਸਿੱਖ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਮੈਂ ਆਪਣਾ ਸੀਸ ਭੇਟਾ ਕਰਨ ਵਾਸਤੇ ਤੁਰਿਆ। ਪਤਾ ਹੈ ਉੱਥੇ ਸ਼ਹੀਦੀਆਂ ਹੀ ਹੋਣੀਆਂ ਨੇ, ਹੋਰ ਉੱਥੇ ਹੋਣਾ ਕੀ ਹੈ। ਕਹਿਣ ਲੱਗਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਆਪਣਾ ਸੀਸ ਭੇਟਾ ਲੈਣ ਕੇ ਤੇਰੇ ਚਰਨਾਂ ਵਿੱਚ ਆ ਰਿਹਾ, ਪਰ ਮੇਰੀ ਇੱਕ ਅਰਦਾਸ ਹੈ ਤੇਰੀ ਚਰਨਾਂ 'ਚ। ਅਰਦਾਸ ਕੀ ਹੈ? ਮੇਰਾ ਇੱਕ ਪਰਣ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ, ਜਿੰਨਾ ਚਿਰ ਤੇਰਾ ਦਰਬਾਰ ਆਜ਼ਾਦ ਨਹੀਂ ਹੋ ਹੁੰਦਾ ਉਨਾ ਚਿਰ ਮੈਂ ਸ਼ਹੀਦੀ ਨਾ ਪਾਵਾਂ। ਬੜਾ ਵੱਡਾ ਪਰਣ ਸੀ ਇਹ ਤਾਂ। ਇਹੋ ਜਿਹਾ ਪਰਣ ਅੱਜ ਤੱਕ ਨਾ ਕਿਸੇ ਕੀਤਾ, ਨਾ ਕੋਈ ਕਿਸੇ ਕਰ ਸਕਦਾ ਹੈ। ਮੈਨੂੰ ਯਾਦ ਆਇਆ ਉਹ ਕੁਰੂਕਸ਼ੇਤਰ ਦਾ ਮੈਦਾਨ ਜਿੱਥੇ ਅਭਿਮਨਿਊ ਮਾਰਿਆ ਗਿਆ, ਅਰਜਨ ਦਾ ਪੁੱਤਰ, ਤੇ ਅਰਜਨ ਨੇ ਪ੍ਰਣ ਕੀਤਾ ਸੀ ਜੇ ਮੈਂ ਆਪਣੇ ਦੁਸ਼ਮਣ ਨੂੰ ਮਾਰ ਨਾ ਸਕਿਆ, ਸ਼ਾਮ ਪੈਂਦੀ ਤੋਂ ਦਿਨ ਢਲਦੇ ਤੋਂ ਪਹਿਲਾਂ ਪਹਿਲਾਂ ਮੈਂ ਅੱਗ ਦੇ ਵਿੱਚ ਆਤਮ ਹੱਤਿਆ ਕਰਕੇ ਮਰ ਜਾਵਾਂਗਾ। ਇਹੋ ਜਿਹੇ ਪਰਣ ਤਾਂ ਬੜੇ ਮਿਲ ਜਾਣਗੇ ਪੁਰਾਤਨ ਇਤਿਹਾਸਾਂ ਦੇ ਅੰਦਰੋਂ, ਪਰ ਇਹੋ ਜਿਹਾ ਕੋਈ ਪਰਣ ਨਹੀਂ ਮਿਲਣਾ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਕੀਤਾ। ਕਹਿੰਦਾ ਮੈਂ ਗੁਰੂ ਰਾਮਦਾਸ ਪਾਤਸ਼ਾਹ ਉਨਾ ਚਿਰ ਸ਼ਹੀਦ ਨਾ ਹੋਵਾਂ, ਹੋਣਾ ਤਾਂ ਹੈ ਹੀ ਹੈ, ਪਰ ਉਨਾ ਚਿਰ ਸ਼ਹੀਦ ਨਾ ਹੋਵਾਂ ਜਿੰਨਾ ਚਿਰ ਤੇਰਾ ਦਰਬਾਰ ਨਹੀਂ ਆਜ਼ਾਦ ਹੋ ਜਾਂਦਾ। 8 ਸਿੰਘਾਂ ਸਮੇਤ ਅਰਦਾਸ ਕੀਤੀ। ਬਾਬਾ ਦੀਪ ਸਿੰਘ ਜੀ ਨੇ 8 ਸਿੰਘਾਂ ਨੂੰ ਕਿਹਾ, ਭਾਈ ਆਸੇ ਪਾਸੇ ਪੱਲੂ ਫੇਰ ਦੇਵੋ। ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਪੱਲੂ ਫੇਰਨ ਦਾ ਅਰਥ ਹੁੰਦਾ ਪੁਰਾਤਨ ਸਮਿਆਂ ਦੇ ਅੰਦਰ ਕਿ ਕੋਈ ਮੁਸੀਬਤ ਹੈ। ਨਗਰਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਆਵਾਜ਼ਾਂ ਦਿੰਦੇ ਹੋਏ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਦੇ ਵੱਲੇ ਤੁਰ ਪਏ ਨੇ। ਤੁਰਦਿਆਂ ਤੁਰਦਿਆਂ ਤਰਨ ਸਾਹਿਬ ਜਾ ਕੇ ਫੇਰ ਪੜਾਅ ਕੀਤਾ। ਫੇਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਮੈਂ ਆਪਣਾ ਸੀਸ ਭੇਟਾ ਲੈ ਕੇ ਆਇਆ। ਔਰ ਗੁਰਬਾਣੀ ਵੀ ਕਹਿੰਦੀ ਹੈ, ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਸੀਸ ਭੇਟਾ ਦਿਓ ਉਹ ਵੀ ਜੇ ਸਤਿਗੁਰੂ ਨੂੰ ਮਨਜ਼ੂਰ ਹੋਵੇ। ਬਾਬਾ ਦੀਪ ਸਿੰਘ ਜੀ ਇੱਥੇ ਦੂਜੀ ਅਰਦਾਸ ਕਰਕੇ ਨਾ ਤੇ ਜਦੋਂ ਤਰਨ ਸਾਹਿਬ ਤੋਂ ਬਾਹਰ ਨਿਕਲੇ ਨੇ, ਹੁਣ ਤਕਰੀਬਨ ਇਤਿਹਾਸ ਲਿਖਦਾ ਹੈ 5000 ਸਿੰਘਾਂ ਦਾ ਇਕੱਠ ਜਿਹੜਾ ਸੀ ਹੋ ਚੁੱਕਾ ਸੀ। 8 ਸਿੰਘਾਂ ਤੋਂ ਤੁਰੇ ਨੇ, 5000 ਸਿੰਘਾਂ ਦਾ ਇਕੱਠ ਹੋ ਗਿਆ। ਤੇ ਜਦੋਂ ਇਕੱਠ ਹੋ ਗਿਆ ਨਾ ਤਾਂ ਹੁਣ ਬਾਬਾ ਦੀਪ ਸਿੰਘ ਨੇ ਵੇਖਿਆ ਵੀ ਹੁਣ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਤਾਂ ਬੜੀ ਵੱਡੀ ਹੋ ਗਈ ਹੈ, ਵੇਖੀਏ ਕਿਤੇ ਕੋਈ ਤਮਾਸ਼ਬੀਨ ਹੀ ਨਾ ਆਏ ਹੁਣ ਤਮਾਸ਼ਾ ਵੇਖਣ ਦੇ ਮਾਰੇ। ਤੇ ਬਾਬਾ ਦੀਪ ਸਿੰਘ ਜੀ ਨੇ ਫਿਰ ਇੱਥੇ ਖੰਡੇ ਦੇ ਨਾਲ ਲਕੀਰ ਖਿੱਚੀ ਹੈ। ਆਪ ਜੀ ਨੇ ਦਰਸ਼ਨ ਕੀਤੇ ਹੋਣਗੇ, ਲਕੀਰ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਔਰ ਬੜਾ ਵੱਡਾ ਸਰੂਪ ਬਾਬਾ ਦੀਪ ਸਿੰਘ ਜੀ ਦਾ ਲੱਗਿਆ ਹੋਇਆ ਹੈ, ਜੋ ਖੰਡੇ ਨਾਲ ਲਕੀਰ ਮਾਰਦੇ ਪਏ ਨੇ। ਲਕੀਰ ਖਿੱਚੀ, ਜਿਨ੍ਹਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਧਾਮ ਪਿਆਰਾ ਹੈ ਉਹ ਤਾਂ ਲੀਕ ਤੋਂ ਲੰਘ ਜਾਣ ਅੱਗੇ, ਜਿਹੜੇ ਤਮਾਸ਼ਬੀਨ ਨੇ ਤਮਾਸ਼ਾ ਵੇਖਣ ਆਏ ਨੇ ਉਹ ਪਿੱਛੇ ਮੁੜ ਜਾਣ। ਕਿਹੜਾ ਪਿੱਛੇ ਰਹਿੰਦਾ ਸੀ? ਕਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਨਹੀਂ ਸੀ ਪਿਆਰਾ? ਛਾਲਾਂ ਮਾਰ ਮਾਰ ਅੱਗੇ ਲੰਘ ਗਏ ਮਰ ਜੀਵੜੇ ਗੁਰਸਿੱਖ।
ਅੱਗੇ ਫਿਰ ਜਦੋਂ ਵੈਰੀ ਦਲਾਂ ਨੂੰ ਪਤਾ ਲੱਗ ਗਿਆ ਕਿ ਬੁੱਢਾ ਜਰਨੈਲ 75 ਸਾਲ ਦੀ ਉਮਰ ਹੈ, ਅਗਵਾਈ ਕਰਕੇ ਫੌਜ ਸਿੱਖਾਂ ਦੀ ਜਿਹੜੀ ਹੈ ਉਹ ਗੋਲਵੜ ਦੇ ਮੈਦਾਨ ਦੇ ਵਿੱਚ ਪਹੁੰਚ ਗਈ ਹੈ, ਫਿਰ ਕੀ ਸੀ? ਅਬਦਾਲੀ ਜਿਹੜਾ ਸੀ ਉਹਦਾ ਭੇਜਿਆ ਹੋਇਆ ਉਹਦਾ ਪੁੱਤਰ ਤੈਮੂਰ ਔਰ ਦੁਰਾਨੀ ਖਾਨ ਜੀ ਨੂੰ ਕਿਹਾ ਜਾਂਦਾ ਹੈ ਇਤਿਹਾਸ ਦੇ ਅੰਦਰ, ਉਹ ਆਪਣੀ ਫੌਜ ਲੈ ਕੇ ਜਿਹੜਾ ਸੀ ਗੋਲਵੜ ਦੇ ਮੈਦਾਨ ਦੇ ਵਿੱਚ ਆਇਆ। ਔਰ ਜਦੋਂ ਮੈਦਾਨ ਦੇ ਵਿੱਚ ਪਹੁੰਚਿਆ ਨਾ, ਬੜੀ ਕਟਾਵਟ ਸ਼ੁਰੂ ਹੋ ਗਈ, ਮਾਰੋ ਮਾਰ ਸ਼ੁਰੂ ਹੋ ਗਈ। ਦੋ ਪਾਸੇ ਫੌਜਾਂ ਜਿਹੜੀਆਂ ਸਨ ਵੱਧ ਕੇ ਲੜ ਰਹੀਆਂ ਸਨ। ਇੱਕ ਪਾਸੇ ਤਨਖਾਹਾਂ ਲੈਣ ਵਾਲੇ, ਉਹਨਾਂ ਨੇ ਆਪਣੀ ਜਾਨ ਵੀ ਬਚਾਉਣੀ, ਉਹਨਾਂ ਨੂੰ ਆਪਣੇ ਪਰਿਵਾਰ ਦੀ ਵੀ ਯਾਦ ਆਉਣੀ ਹੈ। ਇੱਕ ਪਾਸੇ ਕੇਵਲ ਤੇ ਕੇਵਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਪਿਆਰ ਕਰਨ ਵਾਲੇ, ਗੁਰੂ ਰਾਮਦਾਸ ਘਰ ਦੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਜਿਹੜੇ ਸਨ, ਇਹ ਸਾਰੇ ਵੱਧ ਕੇ ਅੱਗੇ ਲੜ ਰਹੇ ਸਨ। ਇੱਧਰ ਭਾਈ ਦਿਆਲ ਸਿੰਘ ਜਿਹੜਾ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਆਪਣੇ ਨਾਲ 500 ਜਵਾਨ ਜਿਹੜਾ ਸੀ ਲੈ ਕੇ ਉਹ ਵੀ ਆ ਗਿਆ, ਉਹ ਵੀ ਪਹੁੰਚਿਆ ਹੈ। ਲੜਾਈ ਜ਼ੋਰਾਂ ਵਿੱਚ ਚੱਲ ਰਹੀ ਸੀ ਤੇ ਇੱਧਰ ਬਾਬਾ ਦੀਪ ਸਿੰਘ ਜਿਹੜੇ ਸਨ, ਉਧਰ ਜਮਾਲ ਖਾਨ ਸੀ ਹਾਥੀ ਦੇ ਉੱਤੇ ਸਵਾਰ ਹੋਇਆ ਉਹ ਅੱਗੇ ਵੱਧ ਰਿਹਾ ਸੀ। ਯਾ ਅਲੀ ਦੇ ਇੱਕ ਪਾਸੇ ਨਾਰੇ ਲੱਗ ਰਹੇ ਸਨ, ਦੂਸਰੇ ਪਾਸੇ ਬੋਲੇ ਸੋ ਨਿਹਾਲ ਦੇ ਨਾਰੇ ਲੱਗ ਰਹੇ ਸਨ। ਇਹ ਨਾਰੇ ਲਾਉਣ ਦਾ ਅਰਥ ਹੁੰਦਾ ਵੀ ਆਪਣੇ ਸਿਪਾਹੀਆਂ ਨੂੰ ਉਤਸ਼ਾਹ ਦੇਣਾ, ਉਤਸ਼ਾਹ ਭਰਿਆ ਜਾ ਰਿਹਾ ਸੀ। ਇੱਧਰ ਕੀ ਹੋਇਆ, ਭਾਈ ਦਿਆਲ ਸਿੰਘ ਨੇ ਜਦੋਂ ਵੇਖਿਆ ਨਾ ਵੀ ਉਹ ਜਮਾਲ ਖਾਨ ਜਿਹੜਾ ਉਹ ਹਾਥੀ ਤੇ ਸਵਾਰ ਹੋ ਕੇ ਆ ਰਿਹਾ ਹੈ, ਉਹਦੇ ਮਨ ਦੇ ਵਿੱਚ ਬੜਾ ਰੋਹ ਜਾਗਿਆ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਕਿਹਾ, ਸਾਥੀਓ ਸਿੰਘੋ ਉਹ ਵੇਖੋ ਹਾਥੀ ਦੇ ਉੱਤੇ ਸਵਾਰ ਹੋਇਆ ਜਮਾਲ ਖਾਨ ਦਿਸ ਰਿਹਾ। ਕਹਿੰਦੇ ਹਾਂ, ਇਹੀ ਜ਼ਾਲਮ ਹੈ ਜਿਹਨੇ ਗੁਰੂ ਧਾਮ ਦੀ ਬੇਅਦਬੀ ਕੀਤੀ ਹੈ, ਇਹ ਬਚਣਾ ਨਹੀਂ ਚਾਹੀਦਾ। ਆਪਣੇ ਘੋੜੇ ਨੂੰ ਅੱਡੀ ਲਾ ਕੇ ਆਪਣੇ ਸਾਥੀਆਂ ਸਮੇਤ ਅੱਗੇ ਧਾਵਾ ਬੋਲਦਾ ਹੋਇਆ ਭਾਈ ਦਿਆਲ ਸਿੰਘ ਜਾ ਰਿਹਾ ਸੀ। ਅੱਗੇ ਜਾ ਕੇ ਘੋੜੇ ਦੀਆਂ ਲਗਾਮਾਂ ਖਿੱਚ ਕੇ ਬਰਾਬਰ ਹਾਥੀ ਦੇ ਹੋ ਕੇ ਐਨ ਸ਼ੇਰ ਦੀ ਤਰ੍ਹਾਂ ਭਵਕ ਮਾਰ ਕੇ ਹਾਥੀ ਤੇ ਚੜ੍ਹ ਕੇ ਤੇ ਜਮਾਲ ਖਾਨ ਦਾ ਸਿਰ ਵੱਢ ਕੇ ਤੇ ਥੱਲੇ ਛੱਡ ਦਿੱਤਾ। ਜਦੋਂ ਸਿਰ ਵੱਢਿਆ ਗਿਆ ਜਮਾਲ ਖਾਨ ਦਾ, ਤੇ ਜਦੋਂ ਆਗੂ ਦਾ ਸਿਰ ਵੱਢਿਆ ਜਾਂ ਜਰਨੈਲ ਦਾ ਸਿਰ ਵੱਢਿਆ ਜਿਹਨੇ ਫੌਜਾਂ ਦੇ ਵਿੱਚ ਸੁਭਾਵਿਕ ਹੈ ਕਿ ਹੀਣਤਾ ਭਾਵ ਆ ਜਾਂਦੀ ਹੈ। ਜਮਾਲ ਖਾਨ ਮਾਰਿਆ ਗਿਆ, ਸਾਰੇ ਪਿੱਛੇ ਨੂੰ ਫੌਜਾਂ ਜਿਹੜੀਆਂ ਸਨ ਭੱਜਣੀਆਂ ਸ਼ੁਰੂ ਹੋ ਗਈਆਂ। ਜਦੋਂ ਪਿੱਛੇ ਨੂੰ ਭੱਜਣੀਆਂ ਸ਼ੁਰੂ ਹੋ ਗਈਆਂ ਤੇ ਅੱਗੋਂ ਜਹਾਨ ਖਾਨ ਮਿਲਿਆ ਹੈ। ਜਹਾਨ ਖਾਨ ਮਿਲਿਆ, ਉਹਨੇ ਫੌਜ ਨੂੰ ਰੋਕਿਆ, ਰੋਕ ਕੇ ਪੁੱਛਿਆ ਕੀ ਹੋਇਆ? ਕਹਿੰਦੇ ਜਮਾਲ ਖਾਨ ਮਾਰਿਆ ਗਿਆ। ਕਹਿੰਦੇ ਕੋਈ ਨਹੀਂ, ਫੌਜਾਂ ਵਾਧੂ ਆ ਗਈਆਂ, ਚਲੋ ਸਿੱਖਾਂ ਦਾ ਮੁਕਾਬਲਾ ਕਰੋ। ਫੌਜਾਂ ਨੂੰ ਕੁਛ ਹੌਸਲਾ ਪਿਆ, ਪਿੱਛੇ ਮੁੜੀਆਂ, ਫਿਰ ਉਹੀ ਲੜਾਈ ਦਾ ਮੈਦਾਨ ਫਿਰ ਉਸੇ ਤਰ੍ਹਾਂ ਭਖ ਗਿਆ। ਹੁਣ ਜਹਾਨ ਖਾਨ ਜਿਹੜਾ ਸੀ ਲੜਦਾ ਹੋਇਆ, ਮਾਰੋ ਮਾਰ ਕਰਦਾ ਹੋਇਆ ਅੱਗੇ ਵੱਧਦਾ ਹੋਇਆ ਤੇ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਗਿਆ। ਤੇ ਕਹਿਣ ਲੱਗਾ, ਬਾਬਾ ਤੇਰੀ ਉਮਰ 75 ਸਾਲ ਦੀ, ਜੀਵਨ ਦਾ ਤਜਰਬਾ ਬੜਾ ਹੋਏਗਾ, ਤੇਰਾ ਨਾਮ ਸੁਣਿਆ। ਤੇ ਇਧਰ ਜਹਾਨ ਖਾਨ ਦੀ ਉਮਰ ਕਿੰਨੀ ਹੈ? 32-33 ਸਾਲ ਦੀ, ਭਰ ਜਵਾਨ ਹੈ। ਕਹਿਣ ਲੱਗਾ, ਬਾਬਾ ਕਿਉਂ ਬਗਾਨੇ ਪੁੱਤਰ ਮਰਵਾਉਣੇ ਆ ਫੈਸਲਾ ਆਪਾਂ ਆਪਸ ਵਿੱਚ ਕਰ ਲਈਏ। ਆਪਾਂ ਦੋਵੇਂ ਆਪਸ ਵਿੱਚ ਲੜਦੇ ਆ, ਜੇ ਮੈਂ ਮਾਰਿਆ ਗਿਆ ਸਾਡੀ ਫੌਜ ਦੀ ਸਮਝ ਲਵਾਂਗੇ ਹਾਰ ਹੋ ਗਈ ਹੈ, ਜੇ ਤੂੰ ਮਾਰਿਆ ਗਿਆ ਤੇ ਸਮਝ ਲੈਣਾ ਕਿ ਅਸੀਂ ਸਮਝ ਲਾਂਗੇ ਕਿ ਤੁਹਾਡੀ ਹਾਰ ਹੋ ਗਈ ਹੈ। ਬਾਬਾ ਦੀਪ ਸਿੰਘ ਕਹਿੰਦਾ ਫਿਰ ਆ ਜਾ ਮੈਦਾਨ ਦੇ ਵਿੱਚ। ਹੁਣ ਗੋਲਵੜ ਦਾ ਮੈਦਾਨ ਸੀ ਜਿੱਥੇ ਟਾਹਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ। ਗੋਲਵੜ ਦੇ ਮੈਦਾਨ ਦੇ ਅੰਦਰ ਬਾਬਾ ਦੀਪ ਸਿੰਘ 75 ਸਾਲ ਦੀ ਉਮਰ ਹੈ, ਇੱਧਰ 32-33 ਸਾਲ ਦਾ ਭਰ ਜਵਾਨ ਹੈ ਜਹਾਨ ਖਾਨ। ਆਪਸ ਵਿੱਚ ਪੈਂਤੜਾ ਵੱਜ ਗਿਆ। ਵੱਧ ਕੇ ਸੂਰਮੇ ਖੰਡੇ ਵਾਹ ਰਹੇ ਸਨ। ਬਾਬਾ ਦੀਪ ਸਿੰਘ ਦਾ ਖੰਡਾ ਜਿਹੜਾ 18 ਸੇਰ ਦਾ ਸੀ, ਤੇ ਜੇ ਹਿਸਾਬ ਲਾਈਏ 75 ਸਾਲ ਦਾ ਬਾਪੂ 18 ਸੇਰ ਦਾ ਖੰਡਾ ਵਾਹ ਰਿਹਾ, ਤੇ ਜਿਹੜਾ ਅੱਗੋਂ ਮੁਕਾਬਲਾ ਕਰ ਰਿਹਾ ਉਹਦਾ ਖੰਡਾ ਵੀ ਤਾਂ 18 ਸੇਰ ਤੋਂ ਵੱਧ ਹੀ ਹੋਵੇਗਾ, ਘੱਟ ਨਹੀਂ ਹੋਵੇਗਾ, ਕਿਉਂਕਿ ਉਹ ਭਰ ਜਵਾਨ ਹੈ, ਸੂਰਮਾ ਹੈ, ਯੋਧਾ ਹੈ ਉਹ ਵੀ। ਮੁਕਾਬਲਾ ਹੋਇਆ, ਕਈ ਘੰਟਿਆਂ ਦਾ ਮੁਕਾਬਲਾ ਚੱਲਿਆ। ਵੱਧ ਕੇ ਖੰਡੇ ਵਾਹ ਰਹੇ ਸਨ। ਜ਼ਾਲਮ ਫੌਜਾਂ ਦੇ ਹੌਸਲੇ ਟੁੱਟ ਰਹੇ ਸੀ। ਅਚਾਨਕ ਕੀ ਹੋਇਆ? ਸਾਂਝਾ ਵਾਰ ਚੱਲ ਗਿਆ।
बाबा दीप सिंह दा और जहान खान दा साझा वार चल गया। बाबा दीप सिंह दा सीस जिहड़ा सी वो धड़ दे नालों अलग हो के धरती ते डिग पिया और जहान खान दा सिर जिहड़ा सी वो धरती ते डिग पिया। कुछ पल तड़फ तड़फ के उहदी जान निकल गई। बाबा दीप सिंह जी नूं जदों धरती ते पए होए नूं वेखिया ना, एक सिंह ने कोल आके मन बड़ा पसीजिया हुंदा। हो ਸਿੰਘਾਂ अठां ਸਿੰਘਾं ਦੇ ਵਿੱਚ ਸੀ ਜਦੋਂ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਸੀ ਦਮਦਮਾ ਸਾਹਿਬ ਦੀ ਧਰਤੀ ਤੇ। ਕਹਿਣ ਲੱਗਾ, ਬਾਬਾ ਤੇਰੇ ਵਰਗੇ ਸਿੰਘਾਂ ਦੀ ਵੀ ਜੇ ਅਰਦਾਸ ਕੀਤੀ ਹੋਈ ਬਿਰਥੀ ਜਾਣ ਲੱਗੀ, ਫਿਰ ਆਮ ਲੋਕਾਂ ਦੀ ਸਿੰਘਾਂ ਦੀ ਲੋਕਾਂ ਦੀ ਕਦੋਂ ਅਰਦਾਸ ਪੂਰੀ ਹੋਈ? ਤੇਰੇ ਵਰਗੇ ਸਿੰਘਾਂ ਦੀ ਜਿਨ੍ਹਾਂ ਕਲਗੀਧਰ ਪਿਤਾ ਦੇ ਹੱਥੋਂ ਖੰਡੇ ਬਾਟੇ ਦੀ ਪੌਲ ਲਈ ਹੋਵੇ, ਇੰਨਾ ਸੰਗ ਕੀਤਾ ਹੋਵੇ ਬਾਜਾਂ ਵਾਲੇ ਪਾਤਸ਼ਾਹ ਦਾ, ਜੇ ਉਹਦੀ ਕੀਤੀ ਅਰਦਾਸ ਵੀ ਬਿਅਰਥ ਹੋ ਗਈ। ਤੂੰ ਅਰਦਾਸ ਕੀਤੀ ਸੀ ਕਿ ਐ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਦਰਬਾਰ ਨੂੰ ਆਜ਼ਾਦ ਕਰਾ ਕੇ ਮੈਂ ਸ਼ਹੀਦੀ ਪਾਵਾਂ, ਤੇ ਜੇ ਤੂੰ ਤਾਂ ਇੱਥੇ ਹੀ ਡਿੱਗ ਪਿਆ, ਸੀਸ ਲੱਤ ਗਿਆ ਧੜ ਦੇ ਨਾਲੋਂ, ਫਿਰ ਬਾਕੀ ਲੋਕਾਂ ਦੀਆਂ ਅਰਦਾਸਾਂ ਦਾ ਕੀ ਬਣੇਗਾ? ਤੇ ਮਹਾਰਾਜ ਤਾਂ ਕਹਿੰਦੇ ਨੇ ਬਿਰਥੀ ਕਦੇ ਨਾ ਹੋਵੀ ਜਾਨਕੀ ਅਰਦਾਸ। ਤੂੰ ਤਾਂ ਜਾਣੇ ਉਸ ਪ੍ਰਮਾਤਮਾ ਦਾ, ਤੇਰੀ ਅਰਦਾਸ ਕੀਤੀ ਕਿਵੇਂ ਬਿਅਰਥ ਹੋ ਸਕਦੀ ਹੈ? ਸਰੀਰ ਹਰਕਤ ਵਿੱਚ ਆਇਆ, ਹਰਕਤ ਵਿੱਚ ਸਰੀਰ ਆਇਆ। ਜਦੋਂ ਬੋਲੀ ਵੱਜੀ, ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ। ਬੋਲੀ ਦਾ ਬਾਣ ਲੱਗਿਆ, ਅਰਦਾਸ ਨੂੰ ਵੰਗਾਰਿਆ ਗਿਆ ਹੈ ਤੇ ਬਾਬਾ ਦੀਪ ਸਿੰਘ ਦਾ ਸਰੀਰ ਜਿਹੜਾ ਸੀ ਹਰਕਤ ਵਿੱਚ ਆਇਆ। ਸੀਸ ਜਿਹੜਾ ਸੀ ਉਹਨੂੰ ਤਲੀ ਦੇ ਉੱਤੇ, ਖੱਬੇ ਹੱਥ ਦੀ ਤਲੀ ਦੇ ਉੱਤੇ ਸੀਸ ਰੱਖਿਆ, ਸੱਜੇ ਹੱਥ ਨਾਲ 18 ਸੇਰ ਦਾ ਖੰਡਾ ਵਾਹੁੰਦਾ ਹੋਇਆ ਬਾਬਾ ਦੀਪ ਸਿੰਘ ਹਰਮੰਦਰ ਸਾਹਿਬ ਵੱਲੇ ਵੱਧ ਰਿਹਾ ਸੀ। ਮਾਮੂਲੀ ਜੀ ਗੱਲ ਨਹੀਂ। बड़े शंके अज किए जा रहे हैं। बड़े लोग ऐसे सिख प्रचारक अपने आप को अखाउण वाले ना बड़ा तर्क करते हैं, कहते इवें किवें हो सकता है भी सीस लथ जाए तो कोई 18 सेर का खंडा वाहुंदा होया अगे जा रहा है। बाबे दीप सिंह का सीस नहीं सी लथा, इउं कहते ने वो माड़ा जिहा फट लग्या सी, वो हथ का इशारा दे के ते आसरा दे के बाबा दीप सिंह लड़िया सी। कई बार सोच सोच के हैरान होईदा। बाकी धर्मां दे जदों ग्रंथ पढ़ीदे ने ना, इतिहास पढ़ीदा ते सनातन धर्म के ग्रंथां दे अंदर लिखिया होया भी हनुमान ने जदों सी उन्हें सारा पहाड़ चुक लिया। अज तक हिंदू वीर कदे अपने उन्हां ग्रंथां ते तर्क नहीं करते भी इंज नहीं हो सकता, वो नहीं कदे तर्क करते। उन्हां दे ग्रंथां अंदर लिखिया गया कि हनुमान निक्का जिहा सी जदों उन्हें सूरज नूं ना संतरा समझ के उन्हें मूँह च पा लिया सी। वो हिंदू वीर अपने ग्रंथों के तर्क नहीं करते, ना ही असी करने, सानू की लोड़ है किसी के तर्क करिए। पर हैरानी उदों हुंदी है अपने आप को सिख अखवाउण वाले साडे इतिहास के उत्ते तर्क करते हैं। कदे सोच के वेखो 18 सेर का खंडा धौण के उत्ते चलिया होवे ते सीस अड़िया रह सकता है? फिर इन्नियां पाना ला के उन्होंने सूरमिया ने तिखे खंडे किए होंगे ने भी वो कदे भी खुंडे नहीं हो सकते, ना मुड़ सकते। इस करके सीस लथ गया। बाबा दीप सिंह का शरीर जिहड़ा हरकत विच आया, खब्बे हथ की तली के उत्ते सीस टिकाया है, खंडा वाहुंदा होया अगे जा रहा सी। मुगल फौजां दे विच भाजड़ां पै गईयां जदों बाबा दीप सिंह नूं वेखिया। भज्जियां जांदियां नूं अबदाली दे पुत्र तैमूर ने रोक के पुछया, कहण लगा की होया भज्जे जांदे जे? कहण लगे असीं भज्जे इस करके जाने आ। ते तैमूर ने क्या नौकरियां नहीं लैंदे? कादियां नौकरियां तुहानूं दिंदे आ? मैदान दे विचों भज्जण दियां, असीं जिੱਤਣ ਦੀਆਂ नौकरियां दिंदे आ। कहण लगा वो सिपाही खलो के कहण लगा, तैमूर जी नौकरियां लैंदे आ जिउंदियां दे नाल लड़न दियां। वो सिख तां मार के सुੱਟ दित्ते। वो एक 75 साल का बापू हथ दे उत्ते सीस रख के खंडा वाहुंदा आउंदा है। हुण मरियां नूं असीं की मारीए? मरिया की असीं मार सकने, इस करके असीं नहीं लड़ सकते। नहीं तुहाड़ियां तनख्वाहां सानूं चाहीदियां। इउं बाबा दीप सिंह जदों हरमंदर साहिब के परिक्रमां दे विच पहुंचिया, मुगलों दीयां फौजां सारियां भाजड़ां पै गईयां, एक भी ना रह गया। ते बाबा दीप सिंह ने अपनी कीती होई अरदास जिहड़ी सी ओह पुगाई ते सतगुरां दीयां परिक्रमां दे विच जाके अपने विचों कोई भी ऐसा नहीं होना जिन्हां ने दर्शन ना कीते होण। सतगुरां दीयां परिक्रमां दे विच बाबा दीप सिंह जिहड़े ने उन्हां दी अज थां बनी हुई है। हर गुरसिख, हर दुनिया का मनुख जिहड़ा अज भी हरमंदर साहिब के दर्शन करन जांदा है।
ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਵੀ ਸੀਸ ਝੁਕਾਉਂਦਾ ਹੈ ਤੇ ਸਮਝਿਆ ਜਾਂਦਾ ਵੀ ਸ਼ਹੀਦ ਜਿਹੜੇ ਨੇ ਉਹ ਕਦੇ ਗਏ ਨਹੀਂ। ਅੱਜ ਵੀ ਬਾਬਾ ਦੀਪ ਸਿੰਘ ਉੱਥੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹੈ। ਤੇ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਰੀਰ ਦਾ ਜਿਹੜਾ ਅੰਤਮ ਸੰਸਕਾਰ ਸੀ ਨਾ, ਉਹ ਸਿੰਘਾਂ ਨੇ ਲਿਜਾ ਕੇ ਫਿਰ ਜਿੱਥੇ ਚਾਟੀਵਿੰਡ ਚੌਂਕ ਦੇ ਵਿੱਚ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਬਣਿਆ ਹੋਇਆ ਹੈ, ਉੱਥੇ ਅੰਤਮ ਸੰਸਕਾਰ ਕੀਤਾ। ਸੋ ਅੱਜ ਦੇ ਦਿਨ 1682 ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਪੌਵਿੰਡ ਦੀ ਧਰਤੀ ਦੇ ਉੱਤੇ ਉਹਨਾਂ ਦਾ ਜਨਮ ਹੋਇਆ। ਸੋ ਐਸੇ ਸੂਰਬੀਰ ਯੋਧੇ ਨੂੰ ਕੋਟਨ ਕੋਟਾਨ ਵਾਰ ਨਮਸਕਾਰ। ਮੈਂ ਫਿਰ ਦੁਹਰਾ ਦੇਵਾਂ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਗੁਰਬਾਣੀ ਦੇ ਅੰਦਰ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਾਣੇ ਆਵਣ ਕਾਹੇ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਧੰਨਵਾਦ ਸਰਬੱਤ ਸੰਗਤਾਂ ਦਾ, ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਗੁਰ ਇਤਿਹਾਸ ਕਹਿੰਦਿਆਂ ਬੇਅੰਤ ਹੋਈਆਂ ਭੁੱਲਾਂ ਸਤਿਗੁਰੂ ਬਖਸ਼ ਲੈਣਗੇ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ।